ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 21ਵੀਂ ਪੌੜੀ ਦੀ ਵਿਆਖਿਆ ਕਰਨ ਜਾ ਰਹੇ ਹਾਂ। ਤੀਰਥ ਤਪ ਤੇ ਆਦਤ ਦਾਨ। ਹਿੰਦੁਸਤਾਨ ਨੂੰ ਕਹਿੰਦੇ ਨੇ ਇਹ ਤੀਰਥਾਂ ਦਾ ਦੇਸ਼ ਹੈ ਔਰ ਉੱਥੋਂ ਦੇ ਸ਼ਹਿਰ ਤੀਰਥ ਨੇ। ਮਨੋਤ ਕਿਸ ਤਰੀਕੇ ਨਾਲ ਚੱਲੀ, ਕਿਤੇ ਬੈਠ ਕੇ ਕਿਸੇ ਨੇ ਜਪ ਤਪ ਕੀਤਾ, ਉਹ ਥਾਂ ਪਵਿੱਤਰ ਹੋ ਗਿਆ। ਉੱਥੇ ਜਾ ਕੇ ਇਸ਼ਨਾਨ ਕੀਤਾ ਜਾਏ, ਦਾਨ ਪੁੰਨ ਇਤਿਆਦਿ ਕੀਤਾ ਜਾਵੇ। ਇਸ ਦੇ ਨਾਲ ਹਿਰਦੇ ਦੀ ਸ਼ੁੱਧੀ ਹੋ ਜਾਂਦੀ ਹੈ। ਅਧਿਆਤਮਕ ਤੌਰ 'ਤੇ ਉੱਨਤ ਹੋ ਕੇ ਮਨੁੱਖ ਪਰਿਪੂਰਨ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਿੰਦੁਸਤਾਨ ਦੇ ਇਹਨਾਂ ਹੀ ਵੱਡੇ ਤੀਰਥਾਂ ਦਾ ਭ੍ਰਮਣ ਕਰਕੇ ਤੀਰਥਾਂ ਦੀ ਸਹੀ ਰੂਪਰੇਖਾ, ਤੀਰਥਾਂ ਦੀ ਮਹਾਨਤਾ ਅਤੇ ਤੀਰਥਾਂ ਦੇ ਸਹੀ ਇਸ਼ਨਾਨ ਦਾ ਜ਼ਿਕਰ ਇਸ ਪਾਵਨ ਪੌੜੀ ਵਿੱਚ ਕੀਤਾ ਹੈ। ਤੀਰਥ ਤਪ ਤੇ ਆਦਤ ਦਾਨ। ਤੀਰਥਾਂ 'ਤੇ ਜਾ ਕੇ ਕੋਈ ਤੀਰਥਾਂ ਦੀ ਹੀ ਪਰੰਪਰਾ ਮੁਤਾਬਕ ਇਸ਼ਨਾਨ ਕਰੇ, ਤਪ ਇਤਿਆਦਿ ਕਰੇ ਔਰ ਦਇਆਵਸਤ ਹੋ ਕੇ ਉੱਥੇ ਲੋੜਵੰਦਾਂ ਦੀ ਨੂੰ ਦਾਨ ਦੇਵੇ, ਵਸਤਰ ਦੇਵੇ, ਪਦਾਰਥ ਦੇਵੇ, ਧਨ ਦੇਵੇ, ਅਤੇ ਇਸ ਦਾ ਫਲ ਇਹੀ ਹੋ ਸਕਦਾ ਹੈ, ਜੇ ਕੋ ਪਾਵੇ ਤਿਲ ਕਾ ਮਾਣ। ਉਹਨੂੰ ਤਿਲ ਜਿੰਨਾ ਮਾਣ ਪ੍ਰਾਪਤ ਹੋਏਗਾ। ਹੁਣ ਇਹ ਤਿਲ ਜਿੰਨਾ ਕਿਉਂ ਕਿਹਾ? ਕੰਮ ਤੇ ਬਹੁਤ ਸਾਰੇ ਕੀਤੇ ਉੱਥੇ ਜਾ ਕੇ। ਤਾਂ ਇਸ ਨੂੰ ਸਮਝਣ ਵਾਸਤੇ ਸਾਨੂੰ ਗੁਰੂ ਨਾਨਕ ਸਾਹਿਬ ਦੀ ਇਸ ਪੰਕਤੀ ਉੱਤੇ ਵਿਚਾਰ ਕਰਨਾ ਪਏਗਾ। ਤੀਰਥ ਜਾਉ ਤਾਂ ਹੋਂ ਹੋਂ ਕਰਤੇ, ਪੰਡਿਤ ਪੁੱਛੂੰ ਤੋ ਮਾਇਆ ਰਾਤੇ। ਜੇ ਤੀਰਥਾਂ 'ਤੇ ਜਾਂਦੇ ਹਾਂ, ਇਸ਼ਨਾਨ ਕਰਕੇ ਹੰਕਾਰ ਦੀ ਮੈਲ ਹੋਰ ਵੱਧ ਜਾਂਦੀ ਹੈ। ਜਿੰਨੇ ਚਿਰ ਤੱਕ ਸਾਰੇ ਮੁਹੱਲੇ ਨੂੰ ਨਾ ਦੱਸ ਦਈਏ ਅਸੀਂ ਤੀਰਥਾਂ ਤੋਂ ਇਸ਼ਨਾਨ ਕਰਕੇ ਆਏ ਹਾਂ, ਇਤਨੇ ਚਿਰ ਤੱਕ ਮਨੁੱਖ ਨੂੰ ਚੈਨ ਨਹੀਂ ਆਉਂਦਾ। ਤੀਰਥਾਂ ਦਾ ਲਿਆਂਦਾ ਹੋਇਆ ਪ੍ਰਸ਼ਾਦ ਵੀ ਘਰ ਘਰ ਇਸ ਵਾਸਤੇ ਵੰਡਿਆ ਜਾਂਦਾ ਹੈ ਕਿ ਅਗਲਿਆਂ ਨੂੰ ਪਤਾ ਚੱਲੇ ਤੀਰਥਾਂ ਤੋਂ ਹੋ ਕੇ ਆਇਆ ਹੈ, ਦਾਨ ਪੁੰਨ ਆਦਿ ਕਰਕੇ ਆਇਆ ਹੈ। ਅਤੇ ਇਹ ਤਾਂ ਐਸਾ ਹੋਇਆ, ਇੱਕ ਭਉ ਲੱਥੀ ਨਾਤਿਆਂ, ਦੋਏ ਪਾਏ ਚੜ੍ਹਿਐਸ ਹੋਰ। ਇੱਕ ਮੈਲ ਲੱਥੀ, ਦੋ ਮੈਲਾਂ ਹੋਰ ਚੜ੍ਹ ਗਈਆਂ। ਦੂਸਰੀ ਹੰਕਾਰ ਦੀ ਮੈਲ, ਪ੍ਰਬਲ ਮੈਲ ਹੈ, ਉਹ ਹੋਰ ਚੜ੍ਹ ਗਈ, ਉਹ ਹੋਰ ਚੜ੍ਹਾ ਕੇ ਲੈ ਆਇਆ। ਇਸ ਵਾਸਤੇ ਮੇਰੇ ਸਾਹਿਬ ਕਹਿੰਦੇ ਨੇ, ਤੀਰਥਾਂ ਦੇ ਇਸ਼ਨਾਨ ਇਤਿਆਦਿਕ ਨਾਲ, ਦਾਨ ਪੁੰਨ ਇਤਿਆਦਿਕ ਨਾਲ ਮਨੁੱਖ ਦਾ ਹੰਕਾਰ ਸਿਖਰ 'ਤੇ ਪਹੁੰਚਦਾ ਹੈ ਔਰ ਇਸ ਦਾ ਫਲ ਇੰਨਾ ਹੀ ਹੋ ਸਕਦਾ ਹੈ, ਜੇ ਕੋ ਪਾਵੇ ਤਿਲ ਕਾ ਮਾਣ। ਮਤਲਬ ਤਿਲ ਜਿੰਨਾ ਹੀ ਮਾਣ ਮਿਲੇਗਾ ਤੁਹਾਨੂੰ। ਹੁਣ ਸੰਸਾਰ ਹੀ ਸਾਨੂੰ ਮਾਣ 'ਤੇ ਮਿਲ ਗਿਆ, ਲੇਕਿਨ ਸੰਸਾਰ ਨੂੰ ਅਸੀਂ ਬੜਾ ਖੁਸ਼ ਕਰ ਲਿਆ ਜੀ, ਤੀਰਥਾਂ ਤੋਂ ਆਏ ਹਾਂ, ਇਹ ਕਰਕੇ ਆਏ ਹਾਂ। ਸੰਸਾਰੀ ਜਿਹੜਾ ਮਾਣ ਮਿਲਣਾ ਹੈ, ਇਹ ਇੰਝ ਹੋਵੇਗਾ ਜਿਵੇਂ ਇੱਕ ਪਹਾੜ ਦੇ ਸਾਹਮਣੇ ਨਿੱਕਾ ਜਿਹਾ ਤਿਨਕਾ ਹੋਵੇ, ਅਤੇ ਈਸ਼ਵਰ ਦੀ ਤਰਫੋਂ ਵੀ ਸੁੱਖ ਉਸ ਨੂੰ ਇਤਨਾ ਹੀ ਮਿਲ ਸਕਦਾ ਹੈ। ਉਸ ਦਾਨ ਪੁੰਨ ਨੇ ਰਟਨ ਨਾਲ ਜਿਵੇਂ ਮਿਲਣਾ ਪਹਾੜਾਂ ਵਰਗਾ ਦਾਨ ਸੰਪਦਾ ਅਤੇ ਖੁਸ਼ੀ ਸੀ, ਲੇਕਿਨ ਮਿਲੀ ਇੱਕ ਤਿਲ ਵਰਗੀ। ਇੱਕ ਤਿਲ ਤੋਂ ਜ਼ਿਆਦਾ ਸੁੱਖ ਦੀ ਮੰਗ, ਪ੍ਰਤਿਸ਼ਠਾ ਦੀ ਪ੍ਰਾਪਤੀ ਤੋਂ ਜ਼ਿਆਦਾ ਹੋ ਨਹੀਂ ਸਕਦੀ ਇਹਨਾਂ ਤੀਰਥਾਂ ਦੇ ਉੱਤੇ ਰਟਨ ਕਰਕੇ। ਇਸ ਵਾਸਤੇ ਮਹਾਰਾਜ ਨੇ ਕਿਹਾ, ਜੇ ਕੋ ਪਾਵੇ ਤਿਲ ਕਾ ਮਾਣ। ਅਤੇ ਵਾਸਤਵਿਕ ਤੀਰਥਾਂ ਦਾ ਇਸ਼ਨਾਨ ਕੀ ਹੈ? ਜਿਹਦੇ ਨਾਲ ਜਨਮ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਵੇ, ਅਧਿਆਤਮਕ ਤੌਰ 'ਤੇ ਉੱਨਤ ਹੋ ਕੇ ਮਨੁੱਖ ਪਰਮਾਤਮਾ ਤੱਤ ਵਿੱਚ ਲੀਨ ਹੋਵੇ, ਜੀਵਨ ਦੀ ਸਫਲਤਾ ਪ੍ਰਾਪਤ ਹੋਵੇ, ਜੀਵਨ ਦਾ ਰਹੱਸ ਤੇ ਆਨੰਦ ਝੋਲੀ ਦੇ ਵਿੱਚ ਆਣ ਪਵੇ ਔਰ ਇਸ ਤਰੀਕੇ ਨਾਲ ਮਨੁੱਖ ਮਾਲਾ ਮਾਲ ਹੋ ਜਾਏ। ਅਤੇ ਉਹ ਤੀਰਥ ਕਿਹੜਾ ਹੈ? ਫਿਰ ਇਹ ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਸੋਚਿਆ ਵੀ ਇਹ ਜਿਹੜੇ ਤੀਰਥ ਨੇ ਇਹ ਤਾਂ ਫਿਰ ਕੋਈ ਤੀਰਥ ਨਹੀਂ। ਉਹ ਕਿੱਥੇ ਹੈ? ਉਹ ਉੱਥੇ ਇਸ਼ਨਾਨ ਕਰਨ ਦੀ ਮਰਿਆਦਾ ਕੀ ਹੈ? ਅਤੇ ਮੇਰੇ ਸਾਹਿਬ ਤੀਰਥਾਂ ਦੇ ਤੀਰਥ ਉੱਤੇ ਇਸ਼ਨਾਨ ਕਰਨ ਦਾ ਢੰਗ ਦੱਸਦੇ ਨੇ। ਆਪ ਫਰਮਾਨ ਕਰਦੇ ਨੇ, ਸੁਣੀਆਂ ਮੰਨੀਆਂ ਮਨ ਕੀਤਾ ਪਾਓ। ਸਾਡੇ ਦੇਸ਼ ਦੇ ਵਿੱਚ ਜਿਹੜੇ ਕੁਛ ਪ੍ਰਚਲਿਤ ਤੀਰਥ ਸਨ, ਉਹਨਾਂ ਦੇ ਉੱਤੇ ਆਧਾਰ 'ਤੇ ਹੋ ਕੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖੀ। ਜਦੋਂ ਗੁਰੂ ਨਾਨਕ ਸਾਹਿਬ ਤੀਰਥਾਂ ਦੇ ਤੀਰਥ ਤ੍ਰਿਵੇਣੀ ਦਾ ਸੰਗਮ ਪ੍ਰਯਾਗਰਾਜ ਵਿੱਚ ਗਏ, ਅਤੇ ਉੱਥੇ ਮੰਨਿਆ ਜਾਂਦਾ 3 ਵਹਿਣੀਆਂ ਨੇ। ਸੰਗਮ ਤੀਰਥਾਂ ਦੇ ਰਾਜੇ ਦੇ ਉੱਤੇ 3 ਨਦੀਆਂ ਚੱਲਦੀਆਂ ਨੇ, ਗੰਗਾ, ਜਮਨਾ, ਸਰਸਵਤੀ। ਗੰਗਾ ਦਿਖਾਈ ਦਿੱਤੀ ਵਗਦੀ ਹੋਈ, ਜਮਨਾ ਵੀ ਦਿਖਾਈ ਦੇ ਰਹੀ ਹੈ। ਸਰਸਵਤੀ ਦੇ ਬਾਰੇ ਕਹਾਵਤ ਹੈ, ਇਹ ਗੁਪਤ ਰੂਪ ਵਿੱਚ ਅੰਦਰੋਂ ਆ ਕੇ ਮਿਲਦੀ ਹੈ ਔਰ ਇਹ ਤ੍ਰਿਵੇਣੀ ਦਾ ਸੰਗਮ ਹੈ। ਸਾਹਿਬ ਨੇ ਵੀ ਇਸ ਪੰਕਤੀ ਦੇ ਵਿੱਚ ਤੀਰਥਾਂ ਦੇ ਰਾਜੇ ਤ੍ਰਿਵੇਣੀ ਦੇ ਸੰਗਮ ਦਾ ਜ਼ਿਕਰ ਕੀਤਾ ਹੈ ਔਰ ਸਾਹਿਬ ਫਰਮਾਨ ਕਰਦੇ ਨੇ, ਇਹਦੇ 'ਚ ਇਸ਼ਨਾਨ ਕਰਕੇ ਅਧਿਆਤਮਕ ਤੌਰ ਤੇ ਮਨੁੱਖ ਉੱਨਤ ਹੋ ਸਕਦਾ ਹੈ। ਉਹ ਤ੍ਰਿਵੇਣੀ ਕਿਹੜੀ ਹੈ? ਉਹ ਤੀਰਥਾਂ ਦਾ ਸਮਰਾਟ ਤੀਰਥ ਕਿਹੜਾ ਹੈ? ਤੇ ਸਾਹਿਬ ਫਰਮਾਨ ਕਰਦੇ ਨੇ, ਸੁਣੀਆਂ ਮੰਨੀਆਂ ਮਨ ਕੀਤਾ ਪਾਓ। ਪ੍ਰਥਮ ਈਸ਼ਵਰ ਦਾ ਜਸ ਸੁਣਨਾ ਹੈ, ਮਾਨੋ ਇਹ ਗੰਗਾ ਹੈ। ਸੁਣ ਕੇ ਜੋ ਮੰਨਣਾ ਹੈ, ਭਤੀਜਣਾ ਹੈ, ਹਿਰਦਿਆਂ ਵਿੱਚ ਧਾਰਨ ਕਰਨਾ ਹੈ, ਮਾਨੋ ਇਹ ਜਮਨਾ ਹੈ। ਔਰ ਸੁਣ ਕੇ ਮੰਨ ਕੇ ਅੰਦਰ ਜੋ ਭਾਵ ਪੈਦਾ ਕਰਨਾ ਹੈ, ਪਿਆਰ ਪੈਦਾ ਕਰਨਾ ਹੈ, ਮਾਨੋ ਇਹ ਸਰਸਵਤੀ ਹੈ। ਸੁਣਨਾ ਬਾਹਰੋਂ ਦਿਖਾਈ ਦੇ ਸਕਦਾ ਹੈ, ਮਨੁੱਖ ਦੇ ਇਹ ਜਿਹੜਾ ਮੰਨਣਾ ਹੈ ਇਹ ਵੀ ਬਾਹਰੋਂ ਦਿਖਾਈ ਦੇ ਸਕਦਾ ਹੈ। ਕੋਈ ਮੰਨਦਾ ਹੈ ਤਾਂ ਹੀ ਗੁਰਦੁਆਰੇ ਜਾ ਰਿਹਾ ਹੈ ਨਾ, ਮੰਦਿਰ ਤੀਰਥਾਂ 'ਤੇ ਜਾ ਰਿਹਾ ਹੈ ਨਾ। ਅੰਦਰ ਮਨੋਤ ਨਾ ਹੋਵੇ ਤਾਂ ਐਸਾ ਕਰ ਹੀ ਨਹੀਂ ਸਕਦਾ। ਤੋ ਕਿ 2 ਧਾਰਾਂ ਤਾਂ ਬਾਹਰੋਂ ਦਿਖਾਈ ਦੇ ਰਹੀਆਂ ਨੇ, ਪਰ ਭਾਵ ਪ੍ਰੇਮ ਤੇ ਅੰਤਰਿਕ ਦਰਸ਼ਨ ਹੈ, ਇਹ ਅੰਦਰ ਦੀ ਹਾਲਾਤ ਹੈ, ਇਹ ਬਾਹਰੋਂ ਪ੍ਰਗਟ ਨਹੀਂ ਹੋ ਸਕਦੀ। ਇਸ ਵਾਸਤੇ ਮਨੁੱਖ ਦੇ ਅੰਦਰ ਦੇ ਭਾਵ ਹੈ, ਉਹ ਪਿਆਰ ਹੈ।
ਭਾਵ ਹੈ ਸਰਸਵਤੀ। ਇਹ ਗੁਪਤ ਵੈਣੀ ਹੈ। ਤੇ ਤ੍ਰਿਵੈਣੀ ਦਾ ਸੰਗਮ ਕੀ ਹੈ? ਪਰਮਾਤਮਾ ਦਾ ਜਸ ਸੁਣਨਾ, ਪਰਮਾਤਮਾ ਦਾ ਜਸ ਸੁਣ ਕੇ ਮੰਨ ਲੈਣਾ, ਇਹ ਦੂਜੀ ਵੈਣੀ ਹੋ ਗਈ। ਜਿਹੜੀ ਪਹਿਲੀ ਹੈ ਉਹ ਸੁਣਨਾ, ਉਹ ਪਹਿਲੀ ਵੈਣੀ। ਦੂਜੀ ਵੈਣੀ ਹੈ ਸੁਣ ਕੇ ਮੰਨ ਲੈਣਾ, ਇਹ ਸੁਣ ਕੇ ਮਿਲ ਕੇ ਭਾਵ ਪੈਦਾ ਕਰਨਾ ਲੈਣਾ, ਤੀਸਰੀ ਵੈਣੀ ਹੈ। ਤ੍ਰਿਵੈਣੀ ਦਾ ਸੰਗਮ ਹੈ। ਸਤਿਗੁਰ ਜੀ ਦਾ ਫਰਮਾਨ ਇਹੀ ਤ੍ਰਿਵੈਣੀ ਹੈ, ਤੀਰਥਾਂ ਦੇ ਵਿੱਚੋਂ ਇਹੀ ਤੀਰਥਾਂ ਦਾ ਰਾਜਾ ਹੈ ਔਰ ਇਹੀ ਆਂਤਰਿਕ ਤੀਰਥ ਹੈ। ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਬਾਹਰ ਦੇ ਤੀਰਥਾਂ ਨੇ ਤਨ ਧੋਣਾ ਹੈ, ਮਨ ਨਹੀਂ। ਮਨ ਤੇ ਅੰਤਰ ਸ਼ਕਤੀ ਹੈ, ਤੇ ਅੰਤਰ ਸ਼ਕਤੀ ਲਈ ਕੋਈ ਆਂਤਰਿਕ ਤੀਰਥ ਚਾਹੀਦਾ ਹੈ ਜੋ ਅੰਦਰ ਦੀ ਮੈਲ ਨੂੰ ਧੋ ਦੇਵੇ, ਜੋ ਜਨਮਾਂ ਜਨਮਾਂਤਰਾਂ ਦੇ ਪਤਿਤ ਸੰਸਕਾਰਾਂ ਦੀ ਮੈਲ ਹੈ। ਤੋਂ ਮੇਰੇ ਪਾਤਸ਼ਾਹ ਕਹਿੰਦੇ ਨੇ, ਸੁਣਿਆ ਪਰਮਾਤਮਾ ਦਾ ਜਸ ਸੁਣਨਾ ਇਹ ਸਭ ਤੋਂ ਵੱਡਾ ਪੁੰਨ ਹੈ। ਸੁਣਨਾ ਇਤਨਾ ਵੱਡਾ ਪੁੰਨ ਹੈ ਧਾਰਮਿਕ ਦੁਨੀਆ ਵਿੱਚ, ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ। ਕਰੋੜਾਂ ਦਾ ਵੀ ਕੋਈ ਦਾਨ ਕਰ ਛੱਡੇ, ਪਰ ਹਰੀ ਦਾ ਜਸ ਸੁਣਨਾ ਹੈ। ਉਹ ਸਰੋਤਾ ਜਿਤਨਾ ਮਹਾਨ ਹੈ, ਉਹਦੇ ਸਾਹਮਣੇ ਦਾਨੀ ਬਿਲਕੁਲ ਤੁੱਛ ਹੈ। ਤੋਂ ਮਹਾਰਾਜ ਕਹਿੰਦੇ ਨੇ, ਸੁਣਿਆ ਪ੍ਰਥਮ ਉਸ ਦੇ ਜਸ ਨੂੰ ਸੁਣਨਾ ਹੈ, ਮੰਨਿਆ ਸਿਰਫ ਸੁਣਨਾ ਨਹੀਂ ਮੰਨਣਾ ਵੀ ਹੈ। ਜੋ ਸੁਣਿਆ ਹੈ ਪੂਰਨ ਤੌਰ 'ਤੇ ਦਿਲ ਵਿੱਚ ਥਾਂ ਦੇਣੀ ਹੈ, ਉਹਨੂੰ ਮੰਨਣਾ ਹੈ। ਅਤੇ ਜਿਸ ਨੂੰ ਮੰਨ ਲਿਆ ਹੈ ਅਤੇ ਸੁਣ ਲਿਆ ਹੈ, ਉਸ ਨੂੰ ਪਿਆਰ ਪਾਉਣਾ ਹੈ, ਉਹਦੇ ਨਾਲ ਸਨੇਹ ਕਰਨਾ ਹੈ। ਬਾਰ ਬਾਰ ਉਸ ਮੰਨੇ ਹੋਏ ਨੂੰ, ਸੁਣੇ ਹੋਏ ਨੂੰ ਦੁਹਰਾਉਣਾ ਹੈ, ਯਾਦ ਕਰਨਾ ਹੈ, ਤਾਂ ਕਿ ਉਸ ਪਰਮ ਸ਼ਕਤੀ ਦੇ ਪ੍ਰਤੀ ਪਿਆਰ ਪੈਦਾ ਹੋ ਜਾਏ, ਭਾਵ ਪੈਦਾ ਹੋ ਜਾਏ। ਸਾਹਿਬ ਕਹਿੰਦੇ ਨੇ, ਅੰਤਰਗਤ ਤੀਰਥ ਮੱਲਾਓ, ਇਹੀ ਅੰਤਰਗਤ ਵਿੱਚ ਤੀਰਥ ਹੈ। ਔਰ ਇਸੇ ਤੀਰਥ ਦਾ ਜ਼ਿਕਰ ਇੱਕ ਸ਼ਬਦ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤਾ ਹੈ, ਤੀਰਥ ਨਾਵਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਫਿਰ ਦੂਜਾ ਸ਼ਬਦ ਹੈ, ਗੁਰ ਗਿਆਨ ਸਾਚਾ ਤਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਫਿਰ ਕਹਿੰਦੇ, ਨਾਮ ਹਰ ਕਾ ਸਦਾ ਜਾਂਚੋ, ਦੇਹੋ ਪ੍ਰਭ ਧਰਨੀ ਧਰਾ। ਹੇ ਧਰਨੀ ਧਰ, ਧਰਤੀ ਦੇ ਆਸਰੇ, ਰੂਪ ਪਰਿਪੂਰਨ ਪਰਮਾਤਮਾ, ਤੂੰ ਆਪਣਾ ਨਾਮ ਮੈਨੂੰ ਦੇ। ਔਰ ਨਾਮ ਹੀ ਤੀਰਥ ਹੈ, ਨਾਮ ਦੀ ਵਿਚਾਰ ਹੀ ਤੀਰਥ ਹੈ, ਉਹਦੀ ਵਿਚਾਰ ਨੂੰ ਸੁਣਨਾ ਹੀ ਤੀਰਥ ਹੈ, ਤੀਰਥਾਂ ਦਾ ਇਸ਼ਨਾਨ ਹੈ, ਅੰਤਰਿਕ ਤੀਰਥ ਹੈ। ਔਰ ਇਸ ਤਰ੍ਹਾਂ ਦੇ ਵਿਚਾਰ ਕਰਨ ਦੇ ਨਾਲ ਹੀ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਤੋਂ ਸਾਹਿਬ ਦਾ ਫਰਮਾਨ ਹੈ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮੱਲਾਓ। ਇਹ ਅੰਤਰੀਵ ਗਤੀ ਵਿੱਚ ਤੀਰਥ ਹੈ। ਔਰ ਇਸ ਢੰਗ ਨਾਲ ਇਸ਼ਨਾਨ ਕਰਦਿਆਂ ਹੀ ਜਨਮਾਂ ਜਨਮਾਂਤਰਾਂ ਦੇ ਪਵਿੱਤਰ ਸੰਸਕਾਰ, ਪਤਿਤ ਸੰਸਕਾਰ ਨੇ ਜਿਹੜੇ, ਉਹ ਧੁੱਲ ਜਾਂਦੇ ਨੇ। ਅੱਗੇ ਮਹਾਰਾਜ ਫਰਮਾਨ ਕਰਦੇ ਨੇ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਗੁਣਾਂ ਤੋਂ ਬਿਨਾਂ ਨਹੀਂ ਹੋ ਸਕਦੀ। ਗੁਣ ਤੋਂ ਬਿਨਾਂ ਵਾਸਤਵ ਤੇਰੇ ਨੇੜੇ ਹੋਣਾ ਔਖੀ ਗੱਲ ਹੈ। ਸੁਣਨਾ ਵੀ ਤਾਂ ਇੱਕ ਗੁਣ ਹੀ ਹੈ, ਮੰਨਣਾ ਵੀ ਇੱਕ ਗੁਣ ਹੈ, ਭਾਵ ਵੀ ਇੱਕ ਗੁਣ ਹੈ, ਸੀਲ ਸੰਜਮ ਵੀ ਇੱਕ ਗੁਣ ਹੈ। ਸਾਹਿਬ ਕਹਿੰਦੇ ਨੇ, ਗੁਣ ਤੋਂ ਬਿਨਾਂ ਕੋਈ ਭਗਤ ਨਹੀਂ ਹੋ ਸਕਦੀ। ਭਗਤ ਦਾ ਮਤਲਬ ਹੈ ਜਿਹਦੇ ਅੰਦਰ ਗੁਣ ਹੈ। ਅਤੇ ਗੁਣ ਉਸ ਦੇ ਅੰਦਰ ਕੀ ਹੈ? ਉਹ ਸਰੋਤਾ ਹੈ, ਉਹ ਮੰਨਦਾ ਹੈ, ਉਹ ਸੰਜਮੀ ਹੈ, ਉਹ ਸੀਲਵੰਤ ਹੈ, ਉਹ ਦਇਆਵਾਨ ਹੈ, ਉਹ ਕਲਾਕਾਰ ਹੈ, ਉਹ ਕਲਾ ਨੂੰ ਸਮਝਣ ਵਾਲਾ ਹੈ, ਕਲਾ ਪ੍ਰੇਮੀ ਹੈ। ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਦੇ ਗੁਣ ਜਿੰਨੇ ਚਿਰ ਤੱਕ ਨਹੀਂ ਮਨੁੱਖ ਭਗਤ ਨਹੀਂ, ਤੇ ਭਗਤ ਨਹੀਂ ਤੇ ਭਗਵਾਨ ਨੂੰ ਪਿਆਰਾ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਬਿਨ ਗੁਣ ਕੀਤੇ ਭਗਤ ਨਾ ਹੋਈ। ਬਿਨ ਗੁਣ ਧਾਰਨ ਕੀਤੇ ਤੋਂ ਭਗਤੀ ਹੋ ਨਹੀਂ ਸਕਦੀ। ਪਰ ਇਹ ਤੇ ਸਪਸ਼ਟ ਹੈ, ਸਭ ਗੁਣ ਤੇਰੇ ਮੈਂ ਨਾਹੀ ਕੋਈ। ਇਹ ਗੁਣ ਸਾਰੇ ਤੇਰੇ ਨੇ, ਮੇਰੇ ਥੋੜ੍ਹੇ ਨੇ। ਜੈਸੇ ਕਮਰੇ ਵਿੱਚ ਸੂਰਜ ਦੀ ਰੋਸ਼ਨੀ ਹੈ ਅਤੇ ਕਮਰਾ ਮੇਰਾ ਹੈ, ਮੈਂ ਦਾਅਵਾ ਕਰ ਰਿਹਾ ਹਾਂ। ਅਤੇ ਕਿਉਂਕਿ ਕਮਰੇ 'ਚ ਰੋਸ਼ਨੀ ਹੈ ਅਤੇ ਮੈਂ ਰੋਸ਼ਨੀ 'ਤੇ ਵੀ ਦਾਅਵਾ ਕਰ ਸਕਦਾ ਹਾਂ, ਇਹ ਰੋਸ਼ਨੀ ਮੇਰੀ ਹੈ ਕਿਉਂਕਿ ਮੇਰੇ ਕਮਰੇ ਵਿੱਚ ਹੈ। ਲੇਕਿਨ ਐਸਾ ਦਾਅਵਾ ਅਸੀਂ ਕਰ ਸਕਦੇ ਹਾਂ, ਪਰ ਫਿਰ ਵੀ ਇਹ ਦਾਅਵਾ ਝੂਠਾ ਹੈ। ਰੋਸ਼ਨੀ ਸੂਰਜ ਦੀ ਹੈ, ਪ੍ਰਕਾਸ਼ ਸੂਰਜ ਦਾ ਹੈ। ਹਾਂ, ਮੇਰੇ ਕਮਰੇ ਵਿੱਚ ਵੀ ਉਹ ਸੂਰਜ ਪ੍ਰਕਾਸ਼ਮਾਨ ਹੈ। ਇਹ ਤਾਂ ਮਨੁੱਖ ਦਾਅਵਾ ਕਰ ਸਕਦਾ ਹੈ ਕਿ ਗੁਣ ਮੇਰੇ ਨੇ, ਪਰ ਇਹ ਦਾਅਵਾ ਫਿਰ ਵੀ ਫੋਕਾ ਹੀ ਹੋਏਗਾ। ਜੈਸੇ ਸੂਰਜ ਦੀ ਕਿਰਨ ਨੇ ਕਮਰੇ ਨੂੰ ਰੋਸ਼ਨ ਕੀਤਾ ਹੈ, ਪਰਮਾਤਮਾ ਦੀ ਕਿਰਨ ਵੀ ਮਨੁੱਖ ਦੇ ਹਿਰਦੇ ਨੂੰ ਰੋਸ਼ਨ ਕਰਦੀ ਹੈ। ਸੰਬੰਧਿਤ ਕਿਰਨਾਂ ਦਾ ਜਿਹੜਾ ਜਾਲ ਹੈ, ਇਹ ਸਭ ਸੂਰਜ ਨਾਲ ਜੁੜਿਆ ਹੋਇਆ ਹੈ। ਤਮਾਮ ਗੁਣਾਂ ਦਾ ਆਧਾਰ ਪਰਿਪੂਰਨ ਪਰਮਾਤਮਾ ਹੈ। ਗੁਣ ਜੋ ਵੀ ਹਿਰਦੇ ਵਿੱਚ ਪ੍ਰਗਟ ਹੋਏਗਾ, ਉਸ ਕਰਕੇ ਹੀ ਪਤਾ ਚੱਲੇਗਾ ਪਰਮਾਤਮਾ ਦਾ ਕਿੰਨਾ ਪ੍ਰਕਾਸ਼ ਇਸ ਹਿਰਦਿਆਂ ਵਿੱਚ ਹੈ। ਇਹ ਤਾਂ ਹੀ ਪਤਾ ਚੱਲੇਗਾ ਗੁਣਾਂ ਕਰਕੇ ਹੀ। ਅਤੇ ਜਿਸ ਦਿਨ ਮਨੁੱਖ ਇਹ ਦਾਅਵਾ ਕਰਦਾ ਹੈ, ਇਹ ਗੁਣ ਮੇਰੇ ਨੇ, ਸਮਗਰ ਗੁਣ ਅਵਗੁਣ ਵਿੱਚ ਬਦਲ ਜਾਂਦੇ ਨੇ। ਜੈਸੇ ਗੰਨੇ ਦਾ ਰਸ ਦੀ ਸ਼ਰਾਬ ਬਣਾ ਲਈ ਅਤੇ ਅੰਮ੍ਰਿਤ ਜ਼ਹਿਰ ਬਣ ਗਿਆ। ਗੁਣ ਉਸ ਵਕਤ ਅਵਗੁਣ ਹੋ ਜਾਂਦੇ ਨੇ, ਜਦ ਗੁਣਾਂ ਦੇ ਨਾਲ ਮਨੁੱਖ ਆਪਾ ਦਾ ਭਾਵ ਜੋੜ ਦਿੰਦਾ ਹੈ, ਦਾਅਵਾ ਜੋੜ ਦਿੰਦਾ ਹੈ ਆਪਣਾ। ਅਤੇ ਮੇਰੇ ਪਾਤਸ਼ਾਹ ਦਾ ਫਰਮਾਨ ਹੈ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਈ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ, ਸਵਸਥ ਆਖ ਬਾਣੀ ਬਰਮਾਓ। ਜਗਤ ਦੀ ਰਚਨਾ ਦੇ ਸੰਬੰਧ ਵਿੱਚ ਇਹ ਚਰਚਾ ਹੈ। ਇਹ ਸੰਸਾਰ ਬ੍ਰਹਮੇ ਨੇ ਬਣਾਇਆ। ਸਵਸਥ ਦਾ ਕੀ ਮਤਲਬ ਹੈ? ਤੇਰੀ ਜੈ ਹੋਵੇ, ਤੂੰ ਕਲਿਆਣਕਾਰਨੀ ਹੈ, ਤੂੰ ਸਦੀਵੀ ਹੈ, ਔਰ ਤੂੰ ਹੀ ਬ੍ਰਹਮਾ ਹੈ। ਉਹ ਪਰਮਾਤਮਾ ਨੂੰ ਵੀ ਬ੍ਰਹਮ ਕਹਿਤਾ ਹੈ। ਔਰ ਤੂੰ ਹੀ ਉਹ ਨਾਦ ਹੈ, ਉਹ ਬਾਣੀ ਹੈ, ਉਹ ਮਾਇਆ ਹੈ। ਪਰਮਾਤਮਾ ਦਾ ਜਨਮ ਨਾਦ ਤੋਂ, ਬਾਣੀ ਤੋਂ ਮੰਨਿਆ ਗਿਆ ਹੈ, ਜਿਸ ਤੋਂ ਇਹ ਸਾਰਾ ਸੰਸਾਰ ਉਤਪੰਨ ਹੋਇਆ ਹੈ। ਪਰਮਾਤਮਾ ਨੇ ਸਾਰਾ ਇਹ ਸੰਸਾਰ ਨਾਦ ਤੋਂ ਬਣਾਇਆ ਹੈ, ਬਾਣੀ ਤੋਂ ਬਣਾਇਆ ਹੈ।
ਕਿਉਂਕਿ ਆਮ ਖਿਆਲ ਸਮਗਰ ਦੁਨੀਆ ਵਿੱਚ ਪ੍ਰਚਲਿਤ ਇਹੀ ਹੈ ਕਿ ਪਰਮਾਤਮਾ ਨੇ ਪਹਿਲੇ ਬਾਣੀ ਉਚਾਰੀ, ਪਰਮਾਤਮਾ ਤੋਂ ਪਹਿਲਾਂ ਵਾਕ ਹੋਇਆ ਇੱਕ, ਤੇ ਫਿਰ ਉਹ ਸਾਰੇ ਸੰਸਾਰ ਬਣ ਗਿਆ। ਜੈਸੇ ਇੱਕ ਇਸਲਾਮੀ ਮਤ ਹੈ, ਪ੍ਰਥਮ ਕੁਨ ਦੀ ਧੁਨ ਖੁਦਾ ਤੋਂ ਹੋਈ ਤੇ ਕੁਨ ਤੇ ਸੰਸਾਰ ਦਾ ਪਸਾਰਾ ਹੋਇਆ। ਈਸਾਈ ਲੋਕ ਲੋਗੋਸ ਨਾਮ ਦੀ ਧੁਨ ਤੋਂ ਸਾਰੇ ਜਗਤ ਦੀ ਉਤਪਤੀ ਮੰਨਦੇ ਨੇ। ਉਪਨਿਸ਼ਦਾਂ ਦੇ ਰਿਸ਼ੀ ਮੁਨੀ ਓਮ ਦੀ ਧੁਨ ਤੋਂ ਹੀ ਸੰਸਾਰ ਦੀ ਧੁਨ ਮੰਨਦੇ ਨੇ, ਕਹਿੰਦੇ ਨੇ ਕਿ ਸਾਰਾ ਸੰਸਾਰ ਓਮ ਤੋਂ ਪੈਦਾ ਹੋਇਆ। ਇਸ ਤਰ੍ਹਾਂ ਜਨੀਏ ਦਾ ਮਤ ਹੈ, ਉਹ ਓਮਕਾਰ ਨੂੰ ਮੰਨਦੇ ਨੇ। ਔਰ ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਕੀਤਾ ਪਸਾਓ ਇੱਕੋ ਕਹੋ, ਇੱਕ ਵਾਉ ਤੋਂ, ਇੱਕ ਬਚਨ ਤੋਂ ਸਾਰੇ ਸੰਸਾਰ ਦੀ ਉਤਪੰਨ ਹੋਈ। ਫਿਰ ਕਹਿੰਦੇ ਨੇ ਉਤਪਤ ਪਰਲੋ ਸ਼ਬਦੋ ਹੋਵੇ, ਸ਼ਬਦੋ ਹੀ ਫਿਰ ਉਤਪਤ ਹੋਵੇ। ਮੁਹਾਵਰਾ ਪੰਜਾਬੀ ਦਾ ਇੱਥੇ ਪੂਰਾ ਢੁੱਕਦਾ ਹੈ, ਸਿੱਧ ਹੋ ਜਾਂਦਾ ਹੈ। 100 ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੀ। ਸਾਰੇ ਸਿਆਣੇ ਬੈਠੇ ਹੋਣ, ਇੱਕ ਨੇ ਇੱਕ ਨੇ ਸੱਚ ਬੋਲਿਆ ਤੇ 99 ਉਸ ਦੇ ਨਾਲ ਸਹਿਮਤ ਹੋ ਜਾਂਦੇ ਨੇ। ਇਸ ਵਾਸਤੇ ਸਮਾਨਿਆ ਸਿਆਣਿਆਂ ਦੀ ਦੁਨੀਆ ਵਿੱਚ ਵਿਵਾਦ ਨਹੀਂ ਹੁੰਦਾ। ਤੇ ਇਸ ਕਰਕੇ ਸਾਰੇ ਸਿਆਣਿਆਂ ਦਾ ਇੱਕੋ ਹੀ ਮਤ ਸੀ ਕਿ ਪਰਮਾਤਮਾ ਜਿਹੜਾ ਸੰਸਾਰ ਹੈ, ਉਹ ਪਰਮਾਤਮਾ ਨੇ ਇੱਕ ਵਾਕ ਉਚਾਰਿਆ, ਉਸ ਤੋਂ ਉਹ ਜਿਹੜਾ ਨਾਦ ਸੀ, ਉਹ ਜਿਹੜਾ ਕਵਾਓ ਸੀ, ਜਾਂ ਉਹ ਜਿਹੜੀ ਧੁਨ ਸੀ, ਵੱਖਰੀ ਵੱਖਰੀ ਸਾਰਿਆਂ ਦੀ ਮੰਨਤਾ, ਲੇਕਿਨ ਸਾਰੇ ਧੁਨ ਤੋਂ ਹੀ ਮੰਨਦੇ ਨੇ ਸੰਸਾਰ ਦੀ ਉਤਪੱਤੀ। ਤੇ ਉਸ ਧੁਨ ਜੋ ਸੀ, ਸਾਹਿਬ ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ ਤੇਰੀ ਜੈ ਹੋਵੇ, ਤੂੰ ਕਲਿਆਣਕਾਰਨੀ ਹੈ, ਤੂੰ ਸਦੀਵੀ ਹੈ, ਔਰ ਤੂੰ ਹੀ ਉਹ ਬਾਣੀ ਹੈ, ਤੂੰ ਹੀ ਉਹ ਨਾਦ ਹੈ ਜਿਸ ਤੋਂ ਇਹ ਜਗਤ ਪੈਦਾ ਹੋਇਆ, ਔਰ ਤੂੰ ਹੀ ਬ੍ਰਹਮਾ ਹੈ, ਇਸ ਜਗਤ ਦਾ ਰਚੇਤਾ, ਇਸ ਜਗਤ ਦਾ ਸਾਜਨਾਰ। ਸਤ ਸੁਹਾਨ ਸਦਾ ਮਨ ਚਾਓ। ਇਸ ਅੱਗੇ ਫਿਰ ਇਹ ਕਹਿੰਦੇ ਨੇ, ਫਿਰ ਵੀ ਤੂੰ ਕੈਸਾ ਹੈ, ਤੂੰ ਜਗਤ ਨੂੰ ਬਣਾਇਆ ਹੈ, ਤੂੰ ਜਗਤ ਨਾਦ ਤੋਂ ਤੇ ਪੈਦਾ ਕੀਤਾ, ਤੂੰ ਵਾਤ ਤੋਂ, ਇਹ ਬਾਣੀ ਤੋਂ ਇਹ ਸਾਰਾ ਬਣਾਇਆ, ਤੂੰ ਹੀ ਬ੍ਰਹਮਾ ਹੈ, ਤੇਰੀ ਜੈ ਹੋਵੇ, ਤੂੰ ਕਲਿਆਣ ਕਰਨੀ ਹੈ। ਫਿਰ ਵੀ ਤੂੰ ਕੈਸਾ ਹੈ, ਤੇ ਸਾਹਿਬ ਕਹਿੰਦੇ ਨੇ ਸਤ ਸੁਹਾਨ ਸਦਾ ਮਨ ਚਾਓ। ਤੂੰ ਸਤ ਹੈ, ਤੂੰ ਸੁੰਦਰ ਹੈ, ਤੂੰ ਸਦੀਵੀ ਖਿੜਿਆ ਹੋਇਆ ਹੈ, ਜਿਸ ਨੂੰ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਆਖਿਆ ਸਤਿਅਮ ਸ਼ਿਵਮ ਸੁੰਦਰਮ। ਉਹ ਸਤ ਹੈ, ਪ੍ਰਕਾਸ਼ਮਾਨ ਹੈ, ਉਹ ਸੁੰਦਰ ਹੈ, ਜਿਸ ਨੂੰ ਇੰਜ ਵੀ ਪੁਰਾਣਕ ਰਿਸ਼ੀਆਂ ਨੇ ਆਖਿਆ ਸਤ ਚਿੱਤ ਆਨੰਦ। ਉਹ ਸਤ ਸਰੂਪ ਹੈ, ਉਹ ਪ੍ਰਕਾਸ਼ ਸਰੂਪ ਹੈ, ਉਹ ਆਨੰਦ ਸਰੂਪ ਹੈ। ਤੇ ਸਾਹਿਬ ਕਹਿੰਦੇ ਨੇ ਸਤ ਸੁਹਾਨ ਸਦਾ ਮਨ ਚਾਓ, ਤੂੰ ਸਤ ਹੈ, ਤੂੰ ਸੁੰਦਰ ਹੈ, ਔਰ ਤੂੰ ਸਦੀਵੀ ਖਿੜਿਆ ਹੋਇਆ ਹੈ, ਤੂੰ ਸਦੀਵੀ ਪ੍ਰਕਾਸ਼ਮਾਨ ਹੈ, ਤੂੰ ਆਨੰਦ ਸਰੂਪ ਹੈ। ਫਿਰ ਦਾਰਸ਼ਨਿਕ ਲੋਕਾਂ ਦੇ ਅੰਦਰ ਇਹ ਖਿਆਲ ਆਇਆ, ਉਹ ਜੋ ਆਨੰਦ ਸਰੂਪ ਹੈ, ਉਹ ਜੋ ਪ੍ਰਕਿਰਤੀ ਦਾ ਜਿਹੜਾ ਜਨਮ ਹੋਇਆ, ਸੰਸਾਰ ਦੀ ਜਿਹੜੀ ਉਤਪੱਤੀ ਹੋਈ, ਅਸੀਂ ਖੋਜ ਕਰੀਏ ਸੰਸਾਰ ਕਦੋਂ ਬਣਿਆ ਤੇ ਕਿਵੇਂ ਬਣਿਆ। ਤੇ ਉਸ ਖੋਜੀਆਂ ਦੇ ਸੰਬੰਧ ਵਿੱਚ ਪਾਤਸ਼ਾਹ ਨੇ ਇਹ ਵਿਚਾਰ ਕਹੇ, ਕਵਨ ਸੋ ਵੇਲਾ ਵਕਤ ਕੌਣ ਕੌਣ ਥਿਤ ਕੌਣ ਵਾਰ। ਜਗਤ ਦਾ ਜਿਹੜਾ ਪ੍ਰਸ਼ਨ ਸੀ ਦਾਰਸ਼ਨਿਕ ਲੋਕਾਂ ਦੀ ਮਨੋਵਿਰਤੀਆਂ ਦਾ ਜ਼ਿਕਰ, ਕਿਹੜਾ ਵੇਲਾ ਸੀ, ਵਕਤ ਕਿਹੜਾ ਸੀ, ਥਿਤ ਕਿਹੜੀ ਸੀ, ਰੁੱਤ ਕਿਹੜੀ ਸੀ, ਉਹ ਕਿਹੜਾ ਦਿਨ ਸੀ, ਵਾਰ ਕਿਹੜਾ ਸੀ, ਤੇ ਕਿਸ ਰੁੱਤੀ ਕੌਣ ਸੁਰੁੱਤੀ ਮਾਂ ਕਵੰਜਿਤ ਹੋ ਆਕਾਰ। ਜਿਸ ਵਕਤ ਇਹ ਸੰਸਾਰ ਦਾ ਆਕਾਰ ਬਣਿਆ, ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀ, ਥਿਤ ਕਿਹੜੀ ਸੀ, ਦਿਨ ਕਿਹੜਾ ਸੀ, ਵਕਤ ਕਿਹੜਾ ਸੀ, ਸਵੇਰ ਦਾ ਸੀ, ਸ਼ਾਮ ਦਾ ਸੀ, ਦੁਪਹਿਰ ਦਾ ਸੀ, ਗਰਮੀ ਦੀ ਰੁੱਤ ਸੀ, ਸਰਦੀ ਦੀ ਰੁੱਤ ਸੀ। ਤੇ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਪ੍ਰਸ਼ਨ ਅਗਰ ਇੱਥੇ ਮੰਨ ਲਿਆ ਜਾਏ, ਫਲਾਣਾ ਮਹੀਨਾ ਸੀ, ਫਲਾਣੀ ਰੁੱਤ ਸੀ, ਫਲਾਣੀ ਥਿਤ ਸੀ, ਤੇ ਸੰਸਾਰ ਦੀ ਬਣਤਰ ਪਹਿਲੇ ਹੀ ਸਪਸ਼ਟ ਹੋ ਗਈ ਕਿ ਬਣੀ ਹੋਈ ਹੈ। ਤੇ ਮਹੀਨੇ ਦਾ ਹੋਣਾ ਤੇ ਫਿਰ ਚੰਦਰਮਾ ਔਰ ਸੂਰਜ ਦੇ ਕਰਕੇ ਹੋ ਸਕਦੇ ਨਾ। ਜੇ ਚੰਦਰਮਾ ਸੂਰਜ ਹੀ ਨਹੀਂ ਸਨ ਤੇ ਫਿਰ ਅਸੀਂ ਇਹ ਕਿਵੇਂ ਦੱਸ ਸਕਦੇ ਹਾਂ ਕਿ ਕਿਹੜੀ ਥਿਤ ਸੀ, ਕਿਹੜੀ ਵਾਰ ਸੀ, ਕਿਉਂਕਿ ਉਦੋਂ ਕੁਛ ਹੈ ਹੀ ਨਹੀਂ ਸੀ। ਇਸ ਕਰਕੇ ਜੇ ਉਹ ਸਭ ਕੁਛ ਉਦੋਂ ਹੁੰਦਾ ਤੇ ਜ਼ਰੂਰ ਕਿਸੇ ਨਾ ਕਿਸੇ ਧਾਰਮਿਕ ਪੁਸਤਕਾਂ ਦੇ ਵਿੱਚ ਲਿਖਿਆ ਹੁੰਦਾ। ਮਹਾਰਾਜ ਇਸ ਸੰਬੰਧ ਵਿੱਚ ਕਹਿੰਦੇ ਨੇ ਕਿ ਧਾਰਮਿਕ ਗ੍ਰੰਥਾਂ ਵਿੱਚ ਲਾਜ਼ਮੀ ਹੁੰਦਾ, ਜਦ ਇਹ ਮਜ਼ਮੂਨ ਹੈ ਹੀ ਨਹੀਂ ਸੀ ਤੇ ਫਿਰ ਅੱਗੇ ਕਹਿੰਦੇ ਨੇ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ। ਇਹ ਵਕਤ ਕਿਹੜਾ ਸੀ, ਰੁੱਤ ਕਿਹੜਾ ਸੀ, ਤਾਂ ਕਰਕੇ ਅਗਰ ਕਿਸੇ ਨੂੰ ਪਤਾ ਹੁੰਦਾ ਤਾਂ ਪੰਡਤ ਜ਼ਰੂਰ ਲਿਖ ਦਿੰਦੇ ਇਹਨਾਂ ਗ੍ਰੰਥਾਂ ਦੇ ਵਿੱਚ। ਉਹ ਜਦ ਸ੍ਰਿਸ਼ਟੀ ਦੀ ਉਹਨਾਂ ਨੇ ਕਿਹਾ ਕਿ ਜਦੋਂ ਸ੍ਰਿਸ਼ਟੀ ਦੀ ਭਾਲ ਕਰਨ ਗਿਆ ਬ੍ਰਾਹਮਣ ਪੰਡਤ, ਇਹ ਜਿਹੜਾ ਇਹਨਾਂ ਸਭ ਦਾ ਜਿਹੜਾ ਸਭ ਤੋਂ ਵੱਡਾ ਬ੍ਰਾਹਮਣ ਸੀ ਉਹ ਬ੍ਰਹਮਾ ਸੀ। ਉਹ ਜਦੋਂ ਭਾਲ ਕਰਨ ਗਿਆ ਤੇ ਉਹਨੇ ਨੇਤੀ ਨੇਤੀ ਕਹਿ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦਾ ਜ਼ਿਕਰ ਕੀਤਾ ਹੈ ਕਿ ਆਖਿਰ ਹਾਰ ਕੇ ਥੱਕ ਕੇ ਬ੍ਰਹਮਾ ਨੇ ਆਖ ਦਿੱਤਾ ਸੀ, ਬੇਅੰਤ ਹੈ ਤੂੰ, ਬੇਅੰਤ ਹੈ ਤੂੰ, ਅਨੰਤ ਹੈ, ਮੈਂ ਤੇਰੀ ਤੈਅ ਨਹੀਂ ਲੱਭ ਸਕਦਾ। ਹੁਣ ਜੋ ਕੁਝ ਮੈਂ ਲੱਭਿਆ ਹੈ ਨੇਤੀ ਨੇਤੀ, ਇਹ ਨੇਤੀ ਹੈ, ਇਹ ਤੇਰੀ ਤੈਅ ਨਹੀਂ, ਤੂੰ ਕੁਝ ਹੋਰ ਹੈ। ਸਾਹਿਬ ਕਹਿੰਦੇ ਨੇ ਵਕਤ ਵੇਲਾ ਲੱਭਦਾ ਤੇ ਪੰਡਤ ਲੋਕ ਪੁਰਾਣ ਵਿੱਚ ਹੋਰ ਬਹੁਤ ਸਾਰਾ ਇਤਿਹਾਸ ਜਦੋਂ ਲਿਖਿਆ ਹੈ ਤੇ ਇਹ ਰੁੱਤ ਮਹੀਨਾ ਵੀ ਲਿਖ ਦਿੰਦੇ। ਸਾਹਿਬ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੱਗ ਕੁਰਾਨ। ਕਾਜੀ ਲੋਕਾਂ ਨੂੰ ਵੀ ਜਿਨ੍ਹਾਂ ਨੇ ਆਇਤਾਂ ਨੂੰ ਇਕੱਠਾ ਕਰਕੇ ਕੁਰਾਨ ਤਸਬੀਹ ਕੀਤਾ, ਉਹਨਾਂ ਨੂੰ ਵੀ ਵਕਤ ਵੇਲਾ ਨਹੀਂ ਲੱਭ ਸਕਿਆ। ਨਹੀਂ ਤਾਂ ਆਇਤਾਂ ਨੂੰ ਇਕੱਠਾ ਕਰਕੇ ਉਹਨਾਂ ਲੋਕਾਂ ਨੇ ਕੁਰਾਨ ਲਿਖੀ ਹੈ ਤੇ ਕੁਰਾਨ ਵਿੱਚ ਉਹ ਵਕਤ ਵੇਲਾ ਤੇ ਲਿਖ ਦਿੰਦੇ ਜ਼ਰੂਰ। ਤੇ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਵਕਤ ਤੇ ਰੁੱਤ ਤੇ ਥਿਤ ਦਾ ਨਹੀਂ ਪਤਾ ਚੱਲ ਸਕਿਆ, ਕਿਉਂਕਿ ਉਹਨਾਂ ਦੀ ਲੇਖਣੀ ਤੇ ਉਹ ਜ਼ਾਹਰ ਹੈ,
ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਨ ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਨੋ ਕੋਈ। ਜੋਗੀ ਲੋਕ ਯੋਗ ਸਾਧਨਾ ਦੇ ਨਾਲ ਬੜੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ। ਇਹਨਾਂ ਜੋਗੀਆਂ ਨੂੰ ਵੀ ਨਹੀਂ ਜਾਣਿਆ ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀ। ਮਹਾਰਾਜ ਕਹਿੰਦੇ ਨੇ ਅਸਲੀਅਤ ਹੈ ਜੋ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਜਿਸ ਵਕਤ ਕਰਤੇ ਪੁਰਖ ਨੇ ਸਾਰੀ ਸ੍ਰਿਸ਼ਟੀ ਸਾਜੀ ਉਹ ਆਪ ਹੀ ਜਾਣਦਾ ਹੈ ਇਸ ਸੰਬੰਧ ਵਿੱਚ। ਤੇ ਜਦੋਂ ਉਹਨੇ ਸਾਜਿਆ ਬਸ ਉਸ ਵਕਤ ਤੇ ਸ੍ਰਿਸ਼ਟੀ ਬਣੀ ਹੈ। ਜਦੋਂ ਉਹਨੇ ਸਾਜੀ ਉਦੋਂ ਹੀ ਬਣੀ ਹੈ, ਪਰ ਕਦੋਂ ਉਹਨੇ ਸਾਜਨਾ ਕੀਤੀ ਇਹ ਰੁੱਤ ਮਹੀਨਾ ਕੋਈ ਨਹੀਂ ਜਾਣਦਾ। ਇਹ ਤਿਤਵਾਰ ਕੋਈ ਨਹੀਂ ਜਾਣਦਾ। ਜਦੋਂ ਉਹਨੇ ਸਾਜਨਾ ਕੀਤੀ ਰੁੱਤ ਮਹੀਨਾ ਤੇ ਤਿਤਵਾਰ ਦਾ ਜਨਮ ਵੀ ਉਦੋਂ ਹੀ ਹੋਇਆ ਹੈ। ਉਸ ਤੋਂ ਪਹਿਲਾਂ ਚੂੰਕਿ ਕੁਛ ਹੈ ਹੀ ਨਹੀਂ ਸੀ ਤੇ ਇਸ ਵਾਸਤੇ ਉਸ ਸੰਬੰਧ ਵਿੱਚ ਕੁਛ ਕੋਈ ਨਹੀਂ ਜਾਣਦਾ। ਮਹਾਰਾਜ ਅੱਗੇ ਕਹਿੰਦੇ ਨੇ ਕਿਉਂ ਘਰ ਆਖਾਂ ਕਿਉਂ ਸਾਲਾਹੀ ਕਿਉਂ ਵਰਨੀ ਕਿਉਂ ਜਾਣਾ। ਮੈਂ ਕਿਵੇਂ ਤੇਰੀ ਸਿਫਤੋ ਸਲਾਹ ਕਰਾਂ, ਮੈਂ ਕਿਵੇਂ ਆਪਣੀ ਜ਼ੁਬਾਨ ਨਾਲ ਤੇਰੀ ਉਪਮਾ ਕਰਾਂ, ਆਖਾਂ ਤੇਰੇ ਗੀਤ ਕਵਾਂ, ਕਿਵੇਂ ਵਰਣਨ ਕਰਾਂ। ਸਾਹਿਬ ਕਹਿੰਦੇ ਨੇ ਤੂੰ ਅਨੰਤ ਹੈ, ਮੇਰੀ ਰਸਨਾ ਅਜੇ ਛੋਟੀ ਹੈ। ਤੇ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ। ਇੱਕ ਤੋਂ ਵੱਡੇ ਇੱਕ ਤੇ ਭਾਵੇਂ ਸਿਆਣੇ ਆਲਮ ਫਾਜ਼ਲ ਆਖ ਰਹੇ ਨੇ, ਤੇਰੀ ਉਪਮਾ ਕਰ ਰਹੇ ਨੇ, ਬਿਆਨ ਕਰ ਰਹੇ ਨੇ, ਪਰ ਹਕੀਕਤ ਹੈ ਤੂੰ ਅਨੰਤ ਹੈ। ਔਰ ਜਿਤਨਾ ਵੀ ਬਿਆਨ ਕਰਨ ਉਹਨਾਂ ਦੇ ਬਿਆਨ ਕਰਨ ਉਹ ਛੋਟਾ ਹੀ ਹੋਵੇਗਾ। ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੇ। ਜਿਸ ਦਾ ਇਹ ਸੰਸਾਰ ਕੀਤਾ ਹੋਇਆ ਹੈ, ਬਣਾਇਆ ਹੋਇਆ ਹੈ, ਉਹ ਬਹੁਤ ਵੱਡਾ ਹੈ, ਮਾਲਕ ਬਹੁਤ ਵੱਡਾ ਹੈ। ਔਰ ਉਸ ਦੀ ਸਿਫਤੋ ਸਲਾਹ ਜਿੱਥੋਂ ਤੱਕ ਕੀਤੀ ਜਾਏ ਥੋੜ੍ਹੀ ਹੈ, ਛੋਟੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਜੇ ਕੋ ਆਪੋ ਜਾਣੇ ਆਗੇ ਗਿਆ ਨਾ ਸੋਹੇ। ਕੋਈ ਇਹ ਦਾਵਾ ਕਰੇ ਕਿ ਮੈਂ ਆਖ ਸਕਦਾ ਹਾਂ ਕਿ ਮੈਂ ਜਾਣ ਸਕਦਾ ਹਾਂ ਪਰਮਾਤਮਾ ਨੇ ਸ੍ਰਿਸ਼ਟੀ ਕਦੋਂ ਬਣਾਈ, ਉਹ ਮੈਂ ਰੁੱਤ ਮੈਨੂੰ ਪਤਾ ਹੈ, ਮੈਂ ਸਮਝ ਸਕਦਾ, ਥਿੱਤ ਨੂੰ ਵੀ ਮੈਨੂੰ ਪਤਾ ਹੈ, ਮੈਂ ਸਮਝ ਸਕਦਾ, ਮਹੀਨਾ ਕਿਹੜਾ ਸੀ, ਵਾਰ ਕਿਹੜੀ ਸੀ, ਇਹ ਸਭ ਮੈਂ ਦੱਸ ਸਕਦਾ ਵਾਂ ਅਤੇ ਇਸ ਮੈਂ ਸਭ ਕੁਝ ਜਾਣ ਲਵਾਂਗਾ ਜਾਂ ਇਹ ਸਭ ਕੁਝ ਮੈਂ ਜਾਣ ਲਿਆ ਹੈ। ਇਸ ਢੰਗ ਦਾ ਕੋਈ ਦਾਵਾ ਕਰੇ ਤੇ ਮੇਰੇ ਪਾਤਸ਼ਾਹ ਦਾ ਫਰਮਾਨ ਹੈ ਨਾਨਕ ਜੇ ਕੋ ਆਪੇ ਜਾਣੇ ਆਗੇ ਗਿਆ ਨਾ ਸੋਏ। ਇਸ ਢੰਗ ਨਾਲ ਕੋਈ ਦਾਵਾ ਕਰੇ ਮੈਂ ਜਾਣਦਾ ਹਾਂ, ਮੈਨੂੰ ਸਭ ਕੁਝ ਪਤਾ ਹੈ, ਅੱਗੇ ਜਾ ਕੇ ਸੁਭਾਏਮਾਨ ਨਹੀਂ ਹੋਏਗਾ, ਪਰਮਾਤਮਾ ਦੀ ਦਰਗਾਹ ਵਿੱਚ ਮਾਨ ਨਹੀਂ ਪਾਏਗਾ ਔਰ ਉਸ ਦਾ ਦਾਵਾ ਫੋਕਾ ਹੋਵੇਗਾ, ਝੂਠਾ ਹੋਵੇਗਾ। ਕਿਉਂਕਿ ਉਸ ਅਨੰਤ ਨੂੰ ਅਸੀਮ ਨੂੰ ਜ਼ੁਬਾਨ ਦੀ ਸੀਮਾ ਨਾਲ ਅਤੇ ਦਿਮਾਗ ਦੀ ਸੀਮਾ ਨਾਲ ਜਾਣਨਾ ਬਹੁਤ ਔਖਾ ਹੈ। ਅਗਰ ਦਿਮਾਗ ਉਸ ਨੂੰ ਜਾਣ ਲਵੇ ਅਤੇ ਰਸਨਾ ਉਸ ਨੂੰ ਬਿਆਨ ਕਰ ਲਵੇ ਅਤੇ ਜ਼ੁਬਾਨ ਸਪਸ਼ਟ ਕਰ ਦੇਵੇ ਕਿ ਪਰਮਾਤਮਾ ਅਸੀਮ ਨਹੀਂ ਹੈ, ਅਨੰਤ ਨਹੀਂ ਹੈ। ਇਸ ਕਰਕੇ ਕਿਤਨਾ ਵੀ ਬਿਆਨ ਕਰ ਲਈਏ ਔਰ ਕਿਤਨਾ ਵੀ ਸਮਝ ਲਈਏ ਤੇ ਤਾਂ ਵੀ ਸਮਝਣਾ ਥੋੜ੍ਹਾ ਹੀ ਹੈ ਔਰ ਬਿਆਨ ਕਰਨਾ ਛੋਟਾ ਹੀ ਹੈ। ਕੋਈ ਦਾਵਾ ਕਰੇ ਇੱਥੇ ਉਹ ਸ਼ੋਭਾ ਨਹੀਂ ਪਾਵੇਗਾ, ਦਰਗਾਹ ਵਿੱਚ ਉਸ ਦਾ ਮੂੰਹ ਕਾਲਾ ਹੋਵੇਗਾ, ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਸਨਮਾਨ ਨਹੀਂ ਪ੍ਰਾਪਤ ਕਰ ਸਕੇਗਾ। ਕਿਉਂਕਿ ਅਸੀਮ ਨੂੰ ਜਾਣਨਾ ਤਾਂ ਦਾਵਾ ਉਸ ਅਸੀਮ ਨੂੰ ਸੀਮਤ ਕਰਨਾ ਹੈ। ਅਨੰਤ ਨੂੰ ਜਾਣਨ ਦਾਵਾ ਉਹਨੂੰ ਕਿਸੇ ਹੱਦ ਤੱਕ ਬੇਅੰਤ ਸਾਬਤ ਕਰਨਾ ਨਹੀਂ ਹੈ। ਮਾਨੋ ਕਿ ਅਸੀਂ ਉਸ ਦਾ ਅੰਤ ਪਾ ਲਿਆ ਹੈ, ਮਾਨੋ ਉਸ ਦੀ ਸੀਮਾ ਕਰ ਲਈ ਹੈ। ਇਹ ਤਾਂ ਇਸ ਤਰ੍ਹਾਂ ਹੋਵੇਗਾ ਕਿਸੇ ਸੁਲਤਾਨ ਨੂੰ ਆਖਿਆ ਜਾਵੇ ਤੂੰ ਬਹੁਤ ਵੱਡਾ ਚੌਧਰੀ ਹੈ, ਕਿਸੇ ਮਹਾਨ ਧਨਵਾਨ ਨੂੰ ਆਖਿਆ ਜਾਵੇ ਤੂੰ ਬਹੁਤ ਵੱਡਾ ਭਿਖਾਰੀ ਹੈ, ਕਿਸੇ ਮਹਾਨ ਸੁੰਦਰ ਨੂੰ ਆਖਿਆ ਜਾਵੇ ਤੂੰ ਬਹੁਤ ਵੱਡਾ ਕਰੂਪ ਹੈ। ਤੂੰ ਤੋਂ ਵੱਡਾ ਤੇ ਆਖਿਆ ਜਾ ਰਿਹਾ ਹੈ ਪਰ ਉਸ ਨੂੰ ਨਾਲ ਕਰੂਪ ਵੀ ਆਖਿਆ ਜਾ ਰਿਹਾ ਹੈ, ਵੱਡਾ ਤੇ ਆਖਿਆ ਜਾ ਰਿਹਾ ਹੈ ਪਰ ਬਾਦਸ਼ਾਹ ਨੂੰ ਚੌਧਰੀ ਆਖਿਆ ਜਾ ਰਿਹਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਵਾਕ ਵੀ ਹੈ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕੌਣ ਵਡਾਈ। ਸਾਹਿਬ ਦਾ ਫਰਮਾਨ ਹੈ ਤੂੰ ਬਾਦਸ਼ਾਹ ਦਾ ਬਾਦਸ਼ਾਹ ਹੈ, ਮੈਂ ਤੈਨੂੰ ਵਰਣਨ ਕਰ ਦਾ ਢੰਗ ਨਹੀਂ ਆਉਂਦਾ ਅਤੇ ਤੈਨੂੰ ਮੈਂ ਮੀਆਂ ਮੀਆਂ ਆਖੀ ਜਾ ਰਿਹਾ, ਮੈਂ ਤੈਨੂੰ ਚੌਧਰੀ ਆਖੀ ਜਾ ਰਿਹਾ। ਹੁਣ ਬਾਦਸ਼ਾਹ ਨੂੰ ਚੌਧਰੀ ਕਹਿਣਾ ਹੈ ਇਹ ਬਾਦਸ਼ਾਹ ਦੀ ਤੋਹੀਨ ਹੈ। ਸਮਰਾਟ ਨੂੰ ਸਿਰਫ ਮੀਆਂ ਜੀ ਕਰਕੇ ਕਹਿ ਦੇਣਾ ਇਹ ਬਾਦਸ਼ਾਹ ਦੀ ਤੋਹੀਨ ਹੈ। ਅਤੇ ਪਰਮਾਤਮਾ ਪ੍ਰਤੀ ਇੰਝ ਕਹਿ ਲੈਣਾ ਮੈਂ ਜਾਣ ਲਿਆ ਹੈ, ਤੂੰ ਕਿਸ ਸਮੇਂ ਸ੍ਰਿਸ਼ਟੀ ਨੂੰ ਸਾਜਨਾ ਕੀਤੀ ਸੀ, ਕਿਵੇਂ ਜਗਤ ਨੂੰ ਬਣਾਇਆ, ਮੈਂ ਤੈਨੂੰ ਜਾਣ ਲਿਆ। ਅਤੇ ਜਾਣਨ ਦਾ ਦਾਵਾ ਕਰਨਾ ਹੀ ਪਰਮਾਤਮਾ ਨੂੰ ਛੋਟਾ ਬਿਆਨ ਕਰਨਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਤੂੰ ਕਿਤਨਾ ਵੀ ਬਿਆਨ ਕਰੇ ਅਤੇ ਉਹ ਬਿਆਨ ਵਿੱਚ ਨਹੀਂ ਆਵੇਗਾ। ਤੂੰ ਕਿਤਨਾ ਵੀ ਸਮਝਣ ਦੀ ਕੋਸ਼ਿਸ਼ ਕਰੇ ਪੂਰਨ ਤੌਰ ਵਿੱਚ ਉਹ ਤੇਰੀ ਬੌਧਿਕ ਮੰਡਲ ਵਿੱਚ ਨਹੀਂ ਆਵੇਗਾ। ਤੇਰੀ ਬੌਧਿਕ ਮੰਡਲ ਸੀਮਤ ਹੈ, ਪਰਮਾਤਮਾ ਅਸੀਮ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਵਰਣਨ ਕਰਨ ਵਾਲੇ ਸਿਆਣੇ ਭਾਵੇਂ ਵਰਣਨ ਕਰੀ ਜਾਂਦੇ ਨੇ, ਨਾਲ ਆਪਣਾ ਦਾਵਾ ਵੀ ਜੋੜੀ ਜਾਂਦੇ ਨੇ ਅਸੀਂ ਜਾਣ ਲਿਆ ਹੈ, ਅਸੀਂ ਜਾਣ ਲਿਆ। ਪਰ ਸਾਹਿਬ ਕਹਿੰਦੇ ਨੇ ਨਹੀਂ, ਨਾਨਕ ਜੇ ਕੋ ਆਪੇ ਜਾਣੇ ਆਗੇ ਗਿਆ ਨਾ ਸੋਹੇ। ਇਸ ਢੰਗ ਦਾ ਕੋਈ ਵੀ ਦਾਵਾ ਕਰੇ ਕਿ ਮੈਂ ਜਾਣ ਲਿਆ ਹੈ ਉਸ ਪਰਿਪੂਰਨ ਪਰਮਾਤਮਾ ਨੂੰ ਅੱਗੇ ਜਾ ਕੇ ਸੋਹੇਗਾ ਨਹੀਂ, ਪ੍ਰਭੂ ਦੀ ਦਰਗਾਹ ਵਿੱਚ ਉਹਨੂੰ ਸ਼ੋਭਾ ਪ੍ਰਾਪਤ ਨਹੀਂ ਹੋਵੇਗੀ। ਇਹ ਸੀ ਜੀ ਜਪਜੀ ਸਾਹਿਬ ਦੀ 21ਵੀਂ ਪੌੜੀ ਦੀ ਵਿਆਖਿਆ। ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ, ਸੁਨਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ।
ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਨ ਗੁਣ ਕੀਤੇ ਭਗਤ ਨ ਹੋਏ। ਸਵਸਤ ਆਖ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕੌਣ ਸੋ ਵੇਲਾ ਵਕਤ ਕੌਣ, ਕੌਣ ਥਿਤ ਕੌਣ ਵਾਰ। ਕੌਣ ਸੋ ਰੁਤੀ ਮਾਖਵਨ, ਜਿਥੋ ਵਾ ਆਕਾਰ। ਵੇਲ ਨ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਕਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ। ਤਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ। ਕਿਵ ਕਰ ਆਖਾਂ ਕਿਵ ਸਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇਕ ਤੋਂ ਇਕ ਸਿਆਣਾ। ਵੱਡਾ ਸਹੀ ਵੱਡੀ ਨਾਹੀ, ਕੀਤਾ ਜਾਕਾ ਹੋਵੇ। ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਹੇ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।